तरनापो यूं ही गयो लियो जरा तन जीत। कहो नानक भज हर मना औध जात है बीत। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਲੋਕ ਨੰਬਰ 3 ਦੇ ਵਿੱਚ ਫਰਮਾਨ ਕਰਦੇ ਨੇ, ਤਰਨਾਪੋ ਇਉਂ ਹੀ ਗਇਓ। ਤਰਨਾਪੋ ਦਾ ਅਰਥ ਹੈ ਜਵਾਨੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਤੇਰੀ ਜਵਾਨੀ ਇਵੇਂ ਹੀ ਬਤੀਤ ਹੋ ਗਈ, ਪਰ ਤੇਰੀ ਜ਼ਿੰਦਗੀ ਦੇ ਵਿੱਚ ਸਮਾਂ ਇਹ ਉਮਰ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਸੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਮਨੁੱਖ ਦਾ ਇਹ ਬਚਪਨ, ਇਹ ਮਨੁੱਖ ਦੀ ਜਵਾਨੀ ਤੇ ਮਨੁੱਖ ਦਾ ਜ਼ਿੰਦਗੀ ਦੇ ਵਿੱਚ ਬੁਢਾਪੇ ਦੇ ਵਿੱਚ ਪ੍ਰਵੇਸ਼ ਕਰ ਜਾਣਾ ਤੇ ਪ੍ਰਵੇਸ਼ ਕਰਨ ਤੋਂ ਬਾਅਦ ਮਨੁੱਖ ਦਾ ਇਸ ਸੰਸਾਰ ਦੇ ਵਿੱਚੋਂ ਸੁਪੁਰਦ ਖਾਕ, ਇਸ ਸੰਸਾਰ ਦੇ ਵਿੱਚੋਂ ਹਮੇਸ਼ਾ ਵਾਸਤੇ ਖਤਮ ਹੋ ਜਾਣਾ। ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਇਸ ਪਰਮਾਤਮਾ ਦੀ ਖੇਡ ਨੂੰ ਜੋ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਫਰਮਾਨ ਕੀਤੀ, ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ। ਗੁਰੂ ਸਾਹਿਬ ਕਹਿੰਦੇ ਨੇ, ਇਸ ਖੇਡ ਨੂੰ ਸਮਝਣ ਦਾ ਯਤਨ ਕਰ ਵੀ ਤੇਰੀ ਜ਼ਿੰਦਗੀ ਦੇ ਵਿੱਚ ਅਖੀਰ ਦੇ ਵਿੱਚ ਜੋ ਬੁਢਾਪੇ ਦੀ ਜਿੱਤ ਹੁੰਦੀ ਹੈ, ਉਸ ਬੁਢਾਪੇ ਦੀ ਜਿੱਤ ਦਾ ਕਾਰਨ ਕੀ ਹੈ। ਨੌਵੇਂ ਪਾਤਸ਼ਾਹ ਜੀ ਨੇ ਇਸ ਸ਼ਲੋਕ ਦੇ ਵਿੱਚ ਫਰਮਾਨ ਕੀਤਾ ਹੈ, ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਤੇਰੀ ਜਵਾਨੀ ਇਵੇਂ ਹੀ ਲੰਘ ਜਾਣੀ ਤੇ ਅਖੀਰ ਦੇ ਵਿੱਚ ਬੁਢਾਪੇ ਦਾ ਤੇਰੀ ਜ਼ਿੰਦਗੀ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਣਾ। ਹੁਣ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸ਼ਬਦ ਬਿਆਨ ਕੀਤਾ ਹੈ ਨਾ, ਤਰਨਾਪੋ ਇਉਂ ਹੀ ਗਇਓ, ਵੀ ਮਨੁੱਖ ਦੀ ਜ਼ਿੰਦਗੀ ਇਵੇਂ ਹੀ ਬੇਪਰਵਾਹੀ ਦੇ ਵਿੱਚ ਬਤੀਤ ਹੋ ਜਾਣੀ। ਇਉਂ ਹੀ ਗਇਓ ਇਹਦਾ ਅਰਥ ਬਾਣੀ ਦੇ ਵਿੱਚੋਂ ਜਦੋਂ ਅਸੀਂ ਕੱਢਦੇ ਹਾਂ ਤੇ ਸਤਿਗੁਰੂ ਮਹਾਰਾਜ ਜੀ ਨੇ ਇਸ ਬਾਣੀ ਦੇ ਵਿੱਚ ਇਸ ਚੀਜ਼ ਦਾ ਅਰਥ ਕੀਤਾ ਹੈ ਬੇਪਰਵਾਹੀ। ਬੇਪਰਵਾਹੀ ਯਾਨੀ ਕਿ ਬੇਫਿਕਰ। ਬੇਪਰਵਾਹ ਸ਼ਬਦ ਜੋ ਅਸੀਂ ਦੇਖਦੇ ਹਾਂ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ ਚਿੰਤਾ ਰਹਿਤ। ਜਿਸ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਾ ਹੋਵੇ, ਜਿਸ ਜ਼ਿੰਦਗੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਨਾ ਹੋਵੇ, ਕਿਸੇ ਵੀ ਪ੍ਰਕਾਰ ਦੀ ਮਨੁੱਖ ਦੇ ਮਨ ਦੇ ਉੱਤੇ ਵੀ ਬੋਝ ਨਾ ਹੋਵੇ। ਹੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਾਣੀ ਦੇ ਵਿੱਚੋਂ ਸਭ ਬਚਨ ਪੜ੍ਹੀਏ, ਆਵਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਰਿਆ। ਆਉਣਾ ਤੇ ਜਾਣਾ ਪਰਮਾਤਮਾ ਵਾਹਿਗੁਰੂ ਦੀ ਖੇਡ ਹੈ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਬਾਣੀ ਦਾ ਇਹ ਬਚਨ ਸਮਝੀਏ, ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਇਸ ਚੀਜ਼ ਨੂੰ ਸਮਝਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਸਾਨੂੰ ਵਿਚਾਰ ਦੇਖਣੀ ਪਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਇਸ ਚੀਜ਼ ਦੀ ਖੋਜ ਕਰਨੀ ਪਵੇਗੀ ਵੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਜਵਾਨੀ ਦੇ ਸਮੇਂ ਦੇ ਵਿੱਚ ਕੀ ਕਰਦਾ ਹੈ, ਕਿਉਂਕਿ ਬੁਢਾਪੇ ਦਾ ਜਿੱਤਣਾ ਤੇ ਜਵਾਨੀ ਦਾ ਇਵੇਂ ਹੀ ਲੰਘ ਜਾਣਾ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਵਿਚਾਰ ਕਰਕੇ ਦੇਖੀਏ ਤੇ ਜਵਾਨੀ ਦੇ ਵਿੱਚ ਜਿੰਨੀ ਚਿੰਤਾ ਪਾਲਦਾ ਹੈ ਉਨੀ ਬੁਢਾਪੇ ਦੇ ਵਿੱਚ ਨਹੀਂ ਪਾਲਦਾ। ਬੁਢਾਪੇ ਦੇ ਵਿੱਚ ਜੇ ਚਿੰਤਾ ਹੈ ਤੇ ਉਸ ਚਿੰਤਾ ਦਾ ਕਾਰਨ, ਉਸ ਚਿੰਤਾ ਦਾ ਬੀਜਿਆ ਹੋਇਆ ਬੀਜ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਵਾਨੀ ਹੈ। ਜੋ ਚੀਜ਼ਾਂ ਮਨੁੱਖ ਆਪਣੇ ਬਚਪਨ ਦੇ ਵਿੱਚ ਕਰਦਾ ਹੈ, ਜੋ ਚੀਜ਼ਾਂ ਆਪਣੀ ਜਵਾਨੀ ਦੇ ਵਿੱਚ ਕਰਦਾ ਹੈ, ਉਹੀ ਚੀਜ਼ਾਂ ਦਾ ਅਖੀਰ ਦੇ ਵਿੱਚ ਨਤੀਜਾ ਬੁਢਾਪੇ ਦੇ ਵਿੱਚ ਇਹਦੇ ਸਾਹਮਣੇ ਆਉਂਦਾ ਹੈ। ਜਿਵੇਂ ਇੱਕ ਕਿਸਾਨ ਆਪਣੇ ਖੇਤ ਨੂੰ ਵਾਹੁੰਦਾ ਹੈ, ਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਹੈ, ਇੱਕ ਕਿਸਾਨ ਜਿਵੇਂ ਜ਼ਮੀਨ ਨੂੰ ਵਾਹੁੰਦਾ ਹੈ, ਜ਼ਮੀਨ ਨੂੰ ਵਾਹੁਣ ਤੋਂ ਬਾਅਦ ਉਸ ਜ਼ਮੀਨ ਦੇ ਵਿੱਚ ਬੀਜ ਬੀਜਦਾ ਹੈ, ਬੀਜ ਬੀਜਣ ਤੋਂ ਬਾਅਦ ਉਹਦੇ ਉੱਤੇ ਸੁਹਾਗਾ ਫੇਰਦਾ ਹੈ, ਉਹਨੂੰ ਚੰਗੀ ਤਰ੍ਹਾਂ ਮਿੱਟੀ ਦੇ ਨਾਲ ਉਹਨੂੰ ਬਰਾਬਰ ਕਰਦਾ ਹੈ। ਕੇਵਲ ਬਰਾਬਰ ਹੀ ਨਹੀਂ ਕਰਦਾ, ਸਮੇਂ ਸਮੇਂ ਦੇ ਉੱਤੇ ਉਹਨੂੰ ਪਾਣੀ ਪਾਉਂਦਾ ਹੈ, ਫਿਰ ਉਹਨੂੰ ਖਾਦ ਪਾਉਂਦਾ ਹੈ ਤੇ ਫਸਲ ਅਖੀਰ ਦੇ ਵਿੱਚ ਜਦੋਂ ਤਿਆਰ ਹੋ ਜਾਂਦੀ ਹੈ, ਉਸ ਫਸਲ ਨੂੰ ਕੱਟ ਕੇ ਮੰਡੀ ਦੇ ਵਿੱਚ ਵੇਚਦਾ ਹੈ। ਉਸ ਨੂੰ ਵੇਚ ਕੇ ਜੋ ਧਨ ਆਉਂਦਾ ਹੈ, ਜੋ ਉਹਨੂੰ ਲਾਭ ਹੁੰਦਾ ਹੈ, ਉਸ ਲਾਭ ਦੇ ਨਾਲ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਪਰ ਫਸਲ ਜੇਕਰ ਕਿਸਾਨ ਨੇ ਕੱਟੀ ਹੈ, ਜੇਕਰ ਕਿਸਾਨ ਨੇ ਉਸ ਫਸਲ ਨੂੰ ਵੱਢਿਆ ਹੈ, ਵੇਚਿਆ ਹੈ, ਉਹਦਾ ਧਨ ਪ੍ਰਾਪਤ ਕੀਤਾ ਹੈ ਤੇ ਉਹਦਾ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਕਿਸਾਨ ਨੇ ਉਸ ਬੀਜ ਨੂੰ ਪਹਿਲਾਂ ਬੀਜਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਾਣੀ ਦੇ ਵਿੱਚ ਇਹ ਕਹਿਣਾ, ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਵੀ ਬੁਢਾਪਾ ਜਿੱਤ ਗਿਆ
ਤੇ ਜਵਾਨੀ ਦੀ ਜਿਹੜੀ ਹੈ ਇਹ ਤੇਰੀ ਇਵੇਂ ਬੇਫਿਕਰੀ ਦੇ ਵਿੱਚ ਨਿਕਲ ਗਈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜੇਕਰ ਇਹ ਬਚਨ ਫਰਮਾਨ ਕੀਤੇ ਨੇ ਵੀ ਇਵੇਂ ਹੀ ਬਤੀਤ ਹੋ ਜਾਣੀ, ਤੇ ਮਨੁੱਖ ਤੇ ਜ਼ਿੰਦਗੀ ਦੇ ਵਿੱਚ ਬਿਨਾਂ ਚਿੰਤਾ ਤੋਂ ਰਹਿ ਹੀ ਨਹੀਂ ਸਕਦਾ। ਜੇਕਰ ਇਸ ਮਨੁੱਖ ਨੂੰ ਚਿੰਤਾ ਨਾ ਹੁੰਦੀ ਤੇ ਬਾਣੀ ਨੇ ਕਦੀ ਵੀ ਸਾਨੂੰ ਨਹੀਂ ਸੀ ਸਮਝਾਉਣਾ, ਨਾ ਕਰ ਚਿੰਤਾ, ਚਿੰਤਾ ਹੈ ਕਰਤੇ। ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਜਲ ਮੈਂ ਜੰਤੋ ਪਾਏ, ਕਹਿ ਨਾ ਪੀਰੋ ਜੀ ਦੇ। ਹੁਣ ਚਿੰਤਾ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੈਲ ਪੱਥਰ ਮੈਂ ਜੰਤੋ ਪਾਏ, ਤਾਂ ਕਰ ਜਗਾਗੇ ਕਰ ਧਰਿਆ। ਉਹ ਚਿੰਤਾ ਏ, ਉਹ ਚਿੰਤਾ ਜੋ ਧਿਆਨ ਦੇ ਵਿੱਚ ਤਬਦੀਲ ਹੁੰਦੀ ਹੈ, ਉਹ ਚਿੰਤਾ ਜੋ ਧਿਆਨ ਦੇ ਵਿੱਚ ਬਦਲ ਜਾਂਦਾ ਏ। ਉੱਡੈ ਉੱਡ ਆਵੈ ਸਹਿ ਕੂਸਾਂ ਤਿਸ ਪਾਸ਼ੈ ਵਚਰੇ ਸ਼ਰਿਆ। ਉਹੀ ਚਿੰਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਹੀਂ। ਚਿੰਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਹੈ। ਜੇ ਜ਼ਿੰਦਗੀ ਦੇ ਵਿੱਚ ਚਿੰਤਾ ਨਾ ਹੋਵੇ ਤੇ ਮਨੁੱਖ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੀਆਂ ਲੋੜਾਂ ਨੂੰ ਪੂਰਨ ਕਰਨ ਵਾਸਤੇ, ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਮਨੁੱਖ ਕਦੀ ਵੀ ਯਤਨ ਨਾ ਕਰੇ। ਹੁਣ ਜਿਤਨਾ ਵੀ ਯਤਨ ਕਰਦਾ ਹੈ ਮਨੁੱਖ ਜਵਾਨੀ ਦੇ ਵਿੱਚ ਕਰਦਾ ਹੈ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਤਰਨ ਨਾਪੋ ਇਉਂ ਹੀ ਗਏ। ਉਹ ਵੀ ਮਨੁੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਬੇਪਰਵਾਹੀ ਦੇ ਵਿੱਚ ਬਤੀਤ ਹੋ ਗਈ। ਹੁਣ ਜਵਾਨੀ ਦੇ ਵਿੱਚ ਹੀ ਰਹਿ ਕੇ ਮਨੁੱਖ ਧਨ ਕਮਾਉਂਦਾ ਹੈ, ਜਵਾਨੀ ਦੇ ਵਿੱਚ ਹੀ ਰਹਿ ਕੇ ਕਾਰਜ ਕਰਦਾ ਹੈ, ਜਵਾਨੀ ਦੇ ਵਿੱਚ ਹੀ ਰਹਿ ਕੇ ਆਪਣੀ ਐਸ਼ ਪ੍ਰਸਤੀ ਕਰਦਾ ਹੈ, ਜਵਾਨੀ ਦੇ ਵਿੱਚ ਹੀ ਰਹਿ ਕੇ ਮਕਾਨ ਬਣਾਉਂਦਾ ਹੈ, ਜਵਾਨੀ ਦੇ ਵਿੱਚ ਹੀ ਰਹਿ ਕੇ ਜ਼ਮੀਨਾਂ ਜਾਇਦਾਦਾਂ ਮਾਣ ਵਡਿਆਈਆਂ ਬਣਾਉਂਦਾ ਹੈ। ਕਿਉਂਕਿ ਇੱਕ ਜੋ ਬੱਚਾ ਹੈ, ਬੱਚੇ ਨੂੰ ਮਕਾਨ ਦਾ ਨਹੀਂ ਪਤਾ, ਬੱਚੇ ਨੂੰ ਪੜ੍ਹਾਈ ਦਾ ਹੀ ਕੇਵਲ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਹੈ ਵੀ ਮੈਂ ਪੜ੍ਹਾਈ ਕਰਨੀ ਹੈ ਤੇ ਆਪਣੀ ਜਵਾਨੀ ਸਵਾਰਨੀ ਹੈ। ਬੱਚੇ ਨੂੰ ਮਕਾਨ ਦਾ ਨਹੀਂ ਪਤਾ, ਬੱਚੇ ਨੂੰ ਧਨ ਦਾ ਇੰਨਾ ਨਹੀਂ ਪਤਾ, ਉਹਦੀ ਵੈਲਿਊ ਦਾ ਨਹੀਂ ਪਤਾ ਵੀ ਧਨ ਕਿਵੇਂ ਕਮਾਉਣਾ ਹੈ। ਬੱਚੇ ਨੂੰ ਵਡਿਆਈ ਦਾ ਨਹੀਂ ਪਤਾ, ਬੱਚੇ ਨੂੰ ਪਾਤਸ਼ਾਹੀਆਂ ਦਾ ਨਹੀਂ ਪਤਾ। ਬੱਚੇ ਨੂੰ ਹਮੇਸ਼ਾ ਆਪਣੀਆਂ ਖੁਸ਼ੀਆਂ ਦਾ ਹੀ ਲੱਗਾ ਰਹਿੰਦਾ ਹੈ ਵੀ ਮੈਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਚੀਜ਼ ਦੇ ਵਿੱਚੋਂ ਖੁਸ਼ੀ ਮਿਲ ਜਾਵੇ, ਤੇ ਉਹਦੀ ਖੁਸ਼ੀ ਉਹਦਾ ਪਿਤਾ ਉਹਦੇ ਵਾਸਤੇ ਹਾਜ਼ਰ ਕਰਦਾ ਹੈ, ਉਹਦੀ ਖੁਸ਼ੀ ਉਹਦੇ ਵਾਸਤੇ ਉਹਦੀ ਮਾਤਾ ਉਹਦੇ ਵਾਸਤੇ ਹਾਜ਼ਰ ਕਰਦੀ ਹੈ। ਹੁਣ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਇਹ ਕਹਿ ਦੇਣਾ ਵੀ ਤੂੰ ਜਵਾਨੀ ਅਜਿਹੇ ਤਰੀਕੇ ਦੇ ਨਾਲ ਬਤੀਤ ਕੀਤੀ ਵੀ ਬੁਢਾਪਾ ਤੇਰੇ ਉੱਤੇ ਹਾਵੀ ਹੋ ਗਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਬਾਣੀ ਦੀਆਂ ਪੰਕਤੀਆਂ ਦੇ ਵਿੱਚ ਕਿਉਂ ਕਿਹਾ ਹੈ ਵੀ ਬੁਢਾਪਾ ਕਿਉਂ ਜਿੱਤਦਾ ਹੈ ਤੇ ਜਵਾਨੀ ਕਿਉਂ ਹਾਰਦੀ ਹੈ? ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਜਵਾਨੀ ਤੂੰ ਧਨ ਜੋੜਨ ਵਾਸਤੇ ਲਾਈ ਹੈ, ਜਿਹੜੀ ਜਵਾਨੀ ਮਾਣ ਵਡਿਆਈ ਵਾਸਤੇ ਲਾਈ ਹੈ, ਜੇਕਰ ਉਹੀ ਜਵਾਨੀ ਦੇ ਵਿੱਚ ਤੂੰ ਜਿੱਥੇ ਧਨ ਪ੍ਰਾਪਤ ਕਰਨਾ ਸੀ, ਜਿੱਥੇ ਮਹਿਲ ਮਾਲੀਆਂ ਬਣਾਉਣੀਆਂ ਸੀ, ਜਿੱਥੇ ਮਾਣ ਵਡਿਆਈ ਦੁਨੀਆ ਦੀ ਦੌਲਤ ਸ਼ੌਹਰਤ ਦਾ ਆਨੰਦ ਮਾਣਨਾ ਸੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਵਾਹਿਗੁਰੂ ਨੂੰ ਵੀ ਮੰਨਣਾ ਸੀ, ਉਹਦੇ ਹੁਕਮ ਦੇ ਮੁਤਾਬਕ ਵੀ ਚੱਲਣਾ ਸੀ, ਉਹਦੀ ਆਗਿਆ ਦੇ ਵਿੱਚ ਵੀ ਚੱਲਣਾ ਸੀ, ਉਹਦੇ ਭੈ ਦੇ ਵਿੱਚ ਵੀ ਚੱਲਣਾ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਜਵਾਨੀ ਉਸ ਅਕਾਲ ਪੁਰਖ ਪਰਮਾਤਮਾ ਦੇ ਭੈ ਦੇ ਵਿੱਚ ਨਾ ਚੱਲੇ ਤੇ ਜਵਾਨੀ ਕੀ ਕਰ ਸਕਦੀ ਹੈ? ਕਦੀ ਇਤਿਹਾਸ ਦੇ ਵਿੱਚੋਂ ਪੜ੍ਹ ਕੇ ਦੇਖਿਓ, ਮਨੁੱਖ ਆਪਣੀ ਜਵਾਨੀ ਨੂੰ ਜੇਕਰ ਕੰਟਰੋਲ ਕਰ ਲੇ, ਆਪਣੀ ਜਵਾਨੀ ਨੂੰ ਸਹੀ ਤਰੀਕੇ ਦੇ ਨਾਲ ਲਾ ਲਵੇ ਤੇ ਮਨੁੱਖ ਦਾ ਬੁਢਾਪਾ ਸਵਰ ਜਾਂਦਾ ਹੈ। ਇਹ ਜਵਾਨੀ ਸੀ ਜੋ ਭਾਈ ਦਇਆ ਸਿੰਘ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵਿੱਚ 5 ਪਿਆਰਿਆਂ ਦੀ ਚੋਣ ਕਰਦੇ ਨੇ, 5 ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ ਨੇ, ਤੇ ਉਸ ਦਾਤ ਨੂੰ ਜਦੋਂ ਪ੍ਰਾਪਤ ਕਰਦਾ ਹੈ ਭਾਈ ਦਇਆ ਸਿੰਘ, ਤੇ ਇਤਿਹਾਸ ਦੇ ਵਿੱਚੋਂ ਉਹਨਾਂ ਦੇ ਬਾਰੇ ਕਦੀ ਜੀਵਨ ਦੇ ਵਿੱਚੋਂ ਪੜ੍ਹਨ ਦਾ ਯਤਨ ਕਰਿਓ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਖੰਡੇ ਬਾਟੇ ਦੀ ਪਹੁਲ ਲੈਣ ਵਾਸਤੇ ਆਉਂਦਾ ਹੈ ਤੇ ਤਕਰੀਬਨ ਲਗਭਗ ਭਾਈ ਦਇਆ ਸਿੰਘ ਜੀ ਦੀ ਉਮਰ ਜਿਹੜੀ ਉਹ 28 ਕੁ ਸਾਲ ਦੇ ਹੈ। ਇਹਦਾ ਮਤਲਬ ਉਹਨਾਂ ਦੇ ਉੱਤੇ ਜਵਾਨੀ ਹੈ। ਹੁਣ ਜਵਾਨੀ ਦੇ ਵੇਲੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਅਰਪਣ ਕਰ ਦੇਣਾ, ਇਹ ਗੁਰੂ ਦੇ ਹੁਕਮ ਦੇ ਵਿੱਚ ਚੱਲਣ ਤੋਂ ਬਿਨਾਂ ਤੇ ਹੋ ਹੀ ਨਹੀਂ ਸਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੀ ਜਵਾਨੀ ਦੀ ਸਹੀ ਵਰਤੋਂ ਕਰ, ਤੇ ਤਾਂ ਜੋ ਤੇਰੇ ਉੱਤੇ ਬੁਢਾਪਾ ਜਿੱਤ ਨਾ ਸਕੇ, ਤਾਂ ਜੋ ਬੁਢਾਪੇ ਦੀ ਤੇਰੇ ਉੱਤੇ ਜਿੱਤ ਪ੍ਰਾਪਤ ਨਾ ਹੋ ਸਕੇ, ਤੇਰੇ ਉੱਤੇ ਬੁਢਾਪਾ ਜਿਹੜਾ ਉਹ ਹਾਵੀ ਨਾ ਹੋ ਸਕੇ। ਇਹ ਜਵਾਨੀ ਠੀਕ ਹੈ, ਜੇਕਰ ਤੂੰ ਮਕਾਨ ਬਣਾਉਣੇ ਨੇ, ਮਹਿਲ ਮਾੜੀਆਂ ਬਣਾਉਣੀਆਂ ਨੇ, ਉਹਦੇ ਨਾਲ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਦੇ ਵਿੱਚ, ਸੁਲਤਾਨ ਹੋਵਾਂ ਮੇਰ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਬਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ। ਠੀਕ ਹੈ, ਤੇਰੇ ਵਾਸਤੇ ਸੁਲਤਾਨ ਬਣਨਾ, ਤੇਰੇ ਵਾਸਤੇ ਰਾਜ ਕਰਨਾ,
ਤੇਰੇ ਮਨ ਦੀ ਭਾਵਨਾ ਹੈ, ਤੇਰੇ ਮਨ ਦਾ ਵਿਚਾਰ ਹੈ, ਪਰ ਇਹਦੇ ਨਾਲ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ। ਉਸ ਰੱਬ ਅਕਾਲ ਪੁਰਖ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ ਦੇ ਵਿੱਚੋਂ ਨਾ ਕੱਢ। ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਤਰਨ ਆਪੋ ਇਉਂ ਹੀ ਗਇਓ ਲਿਓ ਜਰਾਤਨ ਜੀਤ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੀ ਜਵਾਨੀ ਬੇਪਰਵਾਹੀ ਦੇ ਵਿੱਚ ਬਤੀਤ ਹੋਈ ਹੈ। ਬੇਪਰਵਾਹੀ ਦੇ ਵਿੱਚ ਮਤਲਬ ਕਿ ਰੱਬ ਦੇ ਹੁਕਮ ਤੋਂ ਉਲਟ ਬਤੀਤ ਹੋਈ ਹੈ, ਰੱਬ ਦੀ ਰਜ਼ਾ ਤੋਂ ਬਿਨਾਂ ਬਤੀਤ ਹੋਈ ਹੈ। ਤੇ ਜੇ ਜਵਾਨੀ ਦੇ ਵਿੱਚ ਰੱਬ ਦੀ ਰਜ਼ਾ ਆ ਜਾਵੇ, ਰੱਬ ਦਾ ਹੁਕਮ ਆ ਜਾਵੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਦੀ ਹੁਕਮ ਦੇ ਵਿੱਚ ਰਹਿ ਕੇ ਤੂੰ ਆਪਣੀ ਜਵਾਨੀ ਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਲੇਖੇ ਲਾ ਸਕਦਾ ਹੈ। ਜੋ ਸੇਵਾ ਤੂੰ ਜਵਾਨੀ ਦੇ ਵਿੱਚ ਕਰ ਸਕਦਾ ਹੈ ਬੁਢਾਪੇ ਦੇ ਵਿੱਚ ਜਾ ਕੇ ਨਹੀਂ ਕਰ ਸਕਦਾ। ਜਿੰਨੀ ਬਾਣੀ ਤੂੰ ਆਪਣੀ ਜਵਾਨੀ ਦੇ ਵਿੱਚ ਰਹਿ ਕੇ ਪੜ੍ਹ ਸਕਦਾ ਹੈ, ਉਨੀ ਬਾਣੀ ਤੂੰ ਬੁਢਾਪੇ ਦੇ ਵਿੱਚ ਜਾ ਕੇ ਨਹੀਂ ਪੜ੍ਹ ਸਕਦਾ। ਜਿੰਨਾ ਗੁਰਬਾਣੀ ਨੂੰ ਸਮਝਣ ਦਾ ਯਤਨ ਤੂੰ ਜਵਾਨੀ ਦੇ ਵਿੱਚ ਕਰ ਸਕਦਾ ਹੈ, ਉਨਾ ਬੁਢਾਪੇ ਦੇ ਵਿੱਚ ਨਹੀਂ ਕਰ ਸਕਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੋ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ 10 ਬਾਲਪਨ ਦੀ 30 ਰਵਣੰ 20 ਰਵਣੰ 30 ਕਾ ਸੁੰਦਰ ਕਹਾਵੇ 40 ਸੀ ਪੁਰ ਹੋਏ। ਵੀ 40 ਸਾਲ ਦੀ ਉਮਰ ਤੱਕ ਬੰਦਾ ਪੂਰਾ ਹੁੰਦਾ ਹੈ। ਪੂਰਾ ਭਾਵ ਅਖੀਰ, ਜਿੱਥੇ ਮਨ ਦੀ ਸੋਚ, ਮਨ ਦੇ ਵਿਚਾਰ ਮਨੁੱਖ ਦੇ ਉੱਤੇ ਹਾਵੀ ਹੁੰਦੇ ਨੇ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਦੇ ਵਿੱਚ ਵੀ ਮਨੁੱਖ ਦਾ ਦਿਮਾਗ ਵੀ ਬਹੁਤ ਵਿਕਸਿਤ ਹੁੰਦਾ ਹੈ, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗਿਆਨ ਵੀ ਬਹੁਤ ਆ ਜਾਂਦਾ ਹੈ। ਤੇ ਮਨੁੱਖ ਕਰਦਾ ਕੀ ਹੈ? ਗਿਆਨ ਇਕੱਠਾ ਕਰਦਾ ਹੈ। ਮਨੁੱਖ ਕਰਦਾ ਕੀ ਹੈ? ਧਨ ਇਕੱਠਾ ਕਰਦਾ ਹੈ, ਮਾਣ ਵਡਿਆਈ ਇਕੱਠਾ ਕਰਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ 40 ਸੀ ਪੁਰ ਹੋਏ। ਜਿੰਨਾ ਚਿਰ ਤੂੰ ਜਵਾਨ ਹੈ, 40 ਸਾਲ ਦੀ ਉਮਰ ਤੱਕ ਤੇਰੀ ਜ਼ਿੰਦਗੀ ਹੈ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਗਿਆਨ ਇਕੱਠਾ ਕਰ। ਆਪਣੀ ਜ਼ਿੰਦਗੀ ਦੇ ਵਿੱਚ ਉਹ ਗਿਆਨ ਲੈ ਕੇ ਆ ਜਿਹੜਾ ਗਿਆਨ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਬੀਰ ਮਨ ਜਾਣਤ ਸਾ ਬਾਤ ਜਾਣਤ ਹੀ ਔਗਨ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਜਿਹੜਾ ਤੈਨੂੰ ਉਸ ਖੂਹ ਤੋਂ ਬਚਾ ਸਕੇ, ਜਿਹੜਾ ਗਿਆਨ ਤੈਨੂੰ ਉਸ ਖੂਹ ਦੇ ਵਿੱਚ ਜਾਣ ਤੋਂ ਬਚਾ ਸਕੇ, ਉਹ ਗਿਆਨ ਇਕੱਠਾ ਕਰ। ਤੇ ਉਹ ਗਿਆਨ ਇਕੱਠਾ ਸਤਿਗੁਰੂ ਮਹਾਰਾਜ ਕਹਿੰਦੇ ਇਹਦੀ ਸ਼ੁਰੂਆਤ ਜਵਾਨੀ ਦੇ ਵਿੱਚ ਤੂੰ ਕਰ ਸਕਦਾ ਹੈ। ਜਵਾਨੀ ਦੇ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਅਰਪਣ ਕਰ, ਉਸ ਗੁਰੂ ਦੇ ਅੱਗੇ ਅਰਪਣ ਕਰ ਜਿਸ ਗੁਰੂ ਨੇ ਤੈਨੂੰ ਅਵਸਥਾ ਤੱਕ ਪਹੁੰਚਾਇਆ। ਤੇ ਬਾਣੀ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਪੜ੍ਹੋ ਬਾਲ ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਜੇਕਰ ਤੇਰੇ ਉੱਤੇ 3 ਅਵਸਥਾਵਾਂ ਨੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਖਿਆਲ ਰੱਖੀ ਬਚਪਨ ਦਾ ਵੀ ਅੰਤ ਹੈ, ਜਵਾਨੀ ਦਾ ਵੀ ਅੰਤ ਹੈ, ਤੇ ਬੁਢਾਪੇ ਦਾ ਵੀ ਅੰਤ ਹੈ। ਅੰਤ ਤੇ ਤਿੰਨਾਂ ਅਵਸਥਾਵਾਂ ਦਾ ਹੈ। ਤੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਕਿਸ ਚੀਜ਼ ਦਾ ਅੰਤ ਨਹੀਂ? ਪਰਮਾਤਮਾ ਦੇ ਨਾਮ ਦਾ ਅੰਤ ਨਹੀਂ, ਉਸ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਦਾ ਅੰਤ ਨਹੀਂ। ਔਦ ਜਾਤ ਹੈ ਬੀਤ, ਇਹ ਉਮਰ ਲੰਘ ਜਾਣੀ, ਬਚਪਨ ਦਾ ਲੰਘ ਜਾਣਾ, ਜਵਾਨੀ ਦਾ ਲੰਘ ਜਾਣਾ, ਬੁਢਾਪੇ ਦਾ ਲੰਘ ਜਾਣਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਇੱਕ ਜੋ ਸਦਾ ਸਥਿਰ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਰਮਾਤਮਾ ਵਾਹਿਗੁਰੂ ਸਦਾ ਥਿਰ ਹੈ, ਉਹ ਥਿਰ ਰਹੇਗਾ। ਤੇ ਹਮੇਸ਼ਾ ਕਾਇਮ ਰਹਿਣ ਵਾਲੇ ਪਰਮਾਤਮਾ ਵਾਹਿਗੁਰੂ